स्वागत है तुहाडा पंजाबी आवाज़ रेडियो इंडिया 1110 AM ते। इस वक्त पंजाब दीयां खबरां लई साडे नाल जसविंदर सिंह बिट्टा साडे पत्रकार जुड़े हुए ने। सब तो पहला उन्हां दा स्वागत करदे हां पंजाबी आवाज़ दे विच। बिट्टा जी, स्वागत है तुहाडा पंजाबी आवाज़ रेडियो इंडिया ते। जी बहुत मेहरबानी, शुक्रिया, धन्यवाद जी। और साडे सारे सत्कारयोग मैंबरां नूं प्यार भरी निੱਘੀ सत श्री अकाल। सत श्री अकाल जी। सब तो पहली गल करते हैं कि मैंबर ऑफ पार्लीमेंट मिस्टर तिवाड़ी ने एक ट्वीट की। वो पुछदे कि इस संकट की घड़ी दे विच पंजाब दे कांग्रेसी लीडर किधर चल गए। हाँ जी बिल्कुल, पंजाब के लीडर जिहड़े है उन्हां नूं हुण कोई फिक्र नहीं रहा। इलैक्शन हो चुके हैं। इलैक्शन तो बाद सरकार 10 तरीक नूं बननी है। उदों पहला सारे पोलीटिकल जिहड़े लोग ने उन्हां दे टैलीफोन तुसीं डायल करोगे जी तां नॉट रीचेबल आउणगे। कोई बंदा घुम रहा आस्ट्रेलिया, कोई बंदा सफारी घुम रहा, कोई निशाने ला रहा है। मैनूं याद है जी जगमीत सिंह बराड़ जदों इलैक्शन हार गए जी तां ना इलैक्शन हारे नहीं सी, उदों हाले रिजल्ट आउणा सीगा जी। उन्हां दा एक बंदा आके कहंदा सरदार जी हिसाब लै लो मेरे तो जी आ डायरी च लिखिया होया है, इन्ने पैसे अपने लगे डीजल ते, इन्ने पैसे कारां जीपां ते लगे है, इन्ने पैसे अपने ਇਹਦੇ लगे है जी। ਤਾਂ ਉਹ ਜਗਮੀਤ ਸਿੰਘ ਬਰਾੜ ਬੜਾ 18ਵੇਂ ਨਾਲ ਸੁਣੀ ਗਿਆ ਉਹ ਬੰਦਾ ਬੋਲੀ ਗਿਆ ਜੀ। ਤੇ ਅਖੀਰ ਤੇ ਜਗਮੀਤ ਸਿੰਘ ਬਰਾੜ ਨੇ ਇੱਕ ਗੱਲ ਕਹੀ। ਉਹ ਕਹਿੰਦਾ ਗੱਲ ਸੁਣ ਲਓ ਮੇਰੀ, ਜਿੰਨਾ ਚਿਰ ਗਿਣਤੀ ਨਹੀਂ ਹੁੰਦੀ ਉਹਨਾਂ ਚਿਰ ਇਲੈਕਸ਼ਨ ਦੀ ਕੋਈ ਗੱਲ ਨਹੀਂ ਕਰਨੀ। ਤੇ ਆ ਸਾਹਮਣੇ ਤੰਦੂਰ ਤਪ ਰਿਹਾ ਹੈ, ਇੱਥੋਂ ਰੋਟੀਆਂ ਲਾ ਰਿਹਾ ਬੰਦਾ। ਇਹ ਸਾਰਾ ਜਿਹੜਾ ਕਾਗਜ਼ ਪੱਤਰ ਹੈ ਉਹ ਤੰਦੂਰ 'ਚ ਸੁੱਟਿਆ ਤੇ ਆਪਦੇ ਕੱਪੜੇ ਬੈਗ ਬੰਨੋ ਤੇ ਮੇਰੇ ਨਾਲ ਜੈਪੁਰ ਚੱਲੋ, ਆਪਾਂ ਘੁੰਮਣ ਚੱਲਦੇ ਹਾਂ। ਕਿਸੇ ਨੇ ਰਸਤੇ 'ਚ ਵੀ ਇਲੈਕਸ਼ਨ ਦੀ ਗੱਲ ਨਹੀਂ ਕਰਨੀ। 20 ਦਿਨ ਕੰਨ ਪੱਕ ਗਏ ਉਹਨਾਂ ਦੇ ਇਲੈਕਸ਼ਨ ਦੀ ਗੱਲ ਕਰ ਕਰਕੇ। ਸੋ ਇਲੈਕਸ਼ਨ ਦੀ ਗੱਲ ਹੁਣ ਲੱਗ ਚੁੱਕੀ ਹੈ। ਜਿਹੜਾ ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਉਹਨਾਂ ਨੇ ਬਿਲਕੁਲ ਠੀਕ ਟਵੀਟ ਕੀਤਾ ਹੈ ਜੀ ਕਿ ਯੂਕਰੇਨ ਦੇ ਵਿੱਚ ਜਿਹੜੇ ਬੱਚੇ ਫਸੇ ਨੇ ਉਹਨਾਂ ਨੂੰ ਕੱਢਣ ਦੇ ਲਈ ਚੰਨੀ ਸਰਕਾਰ ਜਿਹੜਾ ਕਹਿੰਦਾ ਸੀ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ ਜੀ। ਤੇ ਉਹ ਕਿੱਥੇ ਅੱਜ ਨਵਜੋਤ ਸਿੰਘ ਸਿੱਧੂ ਕਿੱਥੇ ਹੈ ਜੀ ਉਹਨੇ ਵੀ ਕੋਈ ਟਵੀਟ ਨਹੀਂ ਕੀਤਾ। ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਹੈ ਉਹ ਸਿਰਫ ਬਿਆਨਬਾਜ਼ੀ ਤੇ ਹੀ ਸੀਮਤ ਹੈ। ਜੇ ਕੋਈ ਬਿਆਨ ਦੇ ਰਿਹਾ ਕਿ ਹਾਂਜੀ ਯੂਕਰੇਨ ਚੋਂ ਬੱਚਿਆਂ ਨੂੰ ਕੱਢਣਾ ਚਾਹੀਦਾ ਜੀ, ਸਰਕਾਰ ਨੂੰ ਇਹ ਕਰਨਾ ਚਾਹੀਦਾ, ਸਰਕਾਰ ਨੂੰ ਉਹ ਕਰਨਾ ਚਾਹੀਦਾ ਜੀ। ਸੋ ਸਿਰਫ ਬਿਆਨਾਂ ਤੇ ਹੀ ਉਹ ਬੈਠੇ ਹੋਏ ਨੇ। ਪਰ ਜਿਹੜੀ ਧਿਰ ਹੈ, ਹਾਲਾਂਕਿ ਹੁਣ ਵੀ ਸਰਕਾਰ ਤਾਂ ਚੰਨੀ ਸਰਕਾਰ ਹੈ, ਮੰਤਰੀ ਤਾਂ ਹੈਗਾ ਉਹ 10 ਤਰੀਕ ਤੱਕ, ਨਵੀਂ ਸਰਕਾਰ ਬਣੂਗੀ ਤਾਂ ਮੁੱਖ ਮੰਤਰੀ ਨਹੀਂ ਰਹੇਗਾ ਜੀ। ਪਰ ਇਹ ਜਿਹੜੀ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਹੁਣ ਕੱਲ ਮੀਨਾਕਸ਼ੀ ਲੇਖੀ ਜਿਹੜੇ ਐਕਸਟਰਨਲ ਅਫੇਅਰ ਮੰਤਰੀ ਨੇ ਉਹਨਾਂ ਨਾਲ ਪਿੱਛੇ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ ਸੀ। ਮੈਂ ਵੀ ਉਹਨਾਂ ਨੂੰ ਈਮੇਲ ਕੀਤੀ, ਲਿਸਟ ਭੇਜੀ ਔਰ ਅੱਜ ਕੁਝ ਚੰਗਾ ਰਿਸਪੌਂਸ ਵੀ ਆਇਆ ਹੈ। ਅੱਜ 7 ਮੈਂਬਰ ਪਾਰਲੀਮੈਂਟ ਪੰਜਾਬ ਦੇ, ਜਿਹਦੇ 'ਚ ਰਵਨੀਤ ਸਿੰਘ ਬਿੱਟੂ, ਅਮਰ ਸਿੰਘ, ਚੌਧਰੀ ਸੰਤੋਖ ਸਿੰਘ, ਗੁਰਜੀਤ ਸਿੰਘ ਔਜਲਾ ਜੀ, ਜਸਵੀਰ ਸਿੰਘ ਡਿੰਪਾ, ਮਨੀਸ਼ ਤਿਵਾੜੀ ਇਹ ਮਿਲੇ ਨੇ। ਉਹਨਾਂ ਨੇ ਵੀ ਇਹ ਚਿੰਤਾ ਜ਼ਾਹਰ ਕੀਤੀ ਹੈ। ਤੇ ਜਿਹੜਾ ਇਹ ਟਵੀਟ ਕੀਤਾ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਨਾਲ ਹੀ ਕਿ ਤੁਸੀਂ ਲੋਕਾਂ ਦੀ ਸਾਰ ਲੈਣ ਵਾਲੇ ਹੋ, ਕਿੱਧਰ ਚਲੇ ਗਏ ਤੁਸੀਂ, ਲੱਭ ਨਹੀਂ ਰਹੇ, ਤੁਸੀਂ ਸਾਨੂੰ ਦਿਸ ਨਹੀਂ ਰਹੇ ਜੀ। ਤਾਂ ਉਹਨਾਂ ਨੇ ਇੱਕ ਸਟਾਇਰ ਕੀਤਾ। ਹੁਣ ਇਸ ਸਟਾਇਰ ਦੇ ਉੱਤੇ ਕਿੰਨੀ ਸਰਕਾਰ ਜਾਗਦੀ ਹੈ ਦੇਖਣਾ ਹੋਏਗਾ। ਲੇਕਿਨ ਚੰਗੀ ਗੱਲ ਇਹ ਹੈਗੀ ਹੈ ਜੇ ਆਪਾਂ ਦੂਜੇ ਪਾਸੇ ਚੱਲੀਏ ਤਾਂ ਪੰਜਾਬ ਦੇ ਵਿੱਚ ਹੁਣ ਕਾਫੀ ਬੱਚੇ ਜਿਹੜੇ ਉਹ ਅੱਜ ਮੈਨੂੰ ਪਤਾ ਲੱਗਿਆ ਕਿ 80 ਉਡਾਣਾਂ ਜਿਹੜੀਆਂ ਤੇ 24 ਮੰਤਰੀ ਇਹ ਸਾਰੇ ਕੰਮ ਦੇ ਵਿੱਚ ਲੱਗੇ ਹੋਏ ਨੇ। ਆਪਰੇਸ਼ਨ ਗੰਗਾ ਜਿਹੜਾ ਪਹਿਲੀ ਫਲਾਈਟ 26 ਫਰਵਰੀ ਨੂੰ ਭਾਰਤ ਪਹੁੰਚੀ ਸੀ, ਹੁਣ ਤੱਕ 2 ਮਾਰਚ ਤੱਕ ਅੱਜ ਤੱਕ 24 ਉਡਾਣਾਂ ਜਿਹੜੀਆਂ ਚਲਾਈਆਂ ਗਈਆਂ। ਰੂਸੀ ਹਮਲਿਆਂ ਦੇ ਵਿਚਕਾਰ ਜਿਹੜੇ ਭਾਰਤੀ ਉੱਥੇ ਫਸੇ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ, ਸੁਰੱਖਿਅਤ ਰੂਪ ਦੇ ਵਿੱਚ ਲਿਆਉਣ ਦੇ ਲਈ ਕੇਂਦਰ ਸਰਕਾਰ ਨੇ ਜਿਹੜੀ ਉਹਨਾਂ ਬੱਚਿਆਂ ਨੂੰ ਲਿਆਉਣ ਦੀ ਮੁਹਿੰਮ ਤੇਜ਼ ਕੀਤੀ ਹੈ। ਔਰ ਨਾਲ ਚੰਗੀ ਗੱਲ ਇਹ ਕੀਤੀ ਹੈ ਕਿ ਕੇਂਦਰ ਸਰਕਾਰ ਦੇ 2 ਦਰਜਨ ਮੰਤਰੀ ਇਹ ਸਾਰੇ ਅਮਲੇ ਫੈਲੇ ਦੇ ਲਈ ਉਹਨਾਂ ਦੀ ਡਿਊਟੀ ਲਾਈ ਹੈ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਨਾ ਵਰਤੇ ਔਰ ਭਾਰਤੀਆਂ ਨੂੰ ਵਾਪਸ ਲਿਆਉਣ ਦੇ ਲਈ ਜਿਹੜੀ ਮੁਹਿੰਮ ਵੀ ਤੇਜ਼ ਹੋਈ ਹੈ। ਔਰ 10 ਮਾਰਚ ਤੱਕ ਜਿਹੜੀਆਂ ਇਹ ਉਡਾਣਾਂ 80 ਉਡਾਣਾਂ ਹੋ ਜਾਣਗੀਆਂ, ਜਿਹਦੇ 'ਚ 2 ਤਾਂ ਏਅਰ ਫੋਰਸ ਦੇ ਜਹਾਜ਼ ਨੇ ਔਰ ਪ੍ਰਾਈਵੇਟ ਜਿਹੜੇ ਨੇ ਏਅਰ ਇੰਡੀਆ ਔਰ ਦੂਸਰਾ ਆਪਣਾ ਐਕਸਪ੍ਰੈਸ, ਇੰਡੀਗੋ, ਸਪਾਈਸ ਜੈਟ, ਵਿਸਤਾਰਾ, ਗੋਏਰ ਔਰ ਹੁਣ ਤੱਕ ਰੋਮਾਨੀਆ ਦੀ ਰਾਜਧਾਨੀ ਤੋਂ 35 ਉਡਾਣਾਂ ਜਿਹੜੀਆਂ ਹੈਗੀਆਂ ਉਹਦੇ ਨਾਲ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ ਹੈ।
ਔਰ 에ਅਰ ਇੰਡੀਆ ਦੀਆਂ 14 ਜਿਹੜੀਆਂ ਉਡਾਨਾਂ ਹੈ ਇਹਦੇ ਵਿੱਚ ਸ਼ਾਮਲ ਨੇ ਔਰ ਜਿਹੜੀਆਂ ਹੰਗਰੀ ਦੀ ਰਾਜਧਾਨੀ ਦੇ ਉੱਤੋਂ ਵੀ 28 ਉਡਾਨਾਂ ਤੈਅ ਕੀਤੀਆਂ ਗਈਆਂ ਔਰ 9 ਜਹਾਜ਼ਾਂ ਨੂੰ ਪੋਲੈਂਡ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਔਰ ਇਹ ਮੁਹਿੰਮ 26 ਫਰਵਰੀ ਨੂੰ ਸ਼ੁਰੂ ਹੋਈ ਸੀ ਔਰ ਆਪਰੇਸ਼ਨ ਗੰਗਾ ਦੇ ਤਹਿਤ ਹੁਣ ਤੱਕ ਜਿਹੜੇ 4 ਮੰਤਰੀ ਯੂਕਰੇਨ ਦੇ ਗੁਆਂਢੀ ਮੁਲਕਾਂ ਵਿੱਚ ਗਏ ਸਨ ਉਹਨਾਂ 'ਚ ਜੋਤਿਰਾਦਿੱਤਿਆ ਸਿੰਧੀਆ, ਹਰਦੀਪ ਸਿੰਘ ਪੁਰੀ, ਕਿਰਨ ਰਿਜੂ, ਵੀਕੇ ਸਿੰਘ, ਇਹ ਹੰਗਰੀ, ਰੋਮਾਨੀਆ, ਸਲੋਵਾਕੀਆ ਤੇ ਪੋਲੈਂਡ ਗਏ ਹੋਏ ਨੇ ਔਰ ਭਾਰਤੀਆਂ ਨੂੰ ਦਿੱਲੀ ਤੇ ਮੁੰਬਈ ਹਵਾਈ ਅੱਡਿਆਂ ਤੇ ਜਦੋਂ ਆਉਂਦੇ ਨੇ ਉਹਨਾਂ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ। ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਉਹ ਤਾਂ ਸਾਰਿਆਂ ਦੇ ਸਾਹਮਣੇ ਹੈ, ਜਗ ਜ਼ਾਹਰ ਹੈ। ਹੁਣ ਇੱਕ ਨਵੀਂ ਗੱਲ ਇਹ ਹੋਈ ਹੈ ਕਿ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਦੋਂ ਬੱਚਿਆਂ ਨੂੰ ਉੱਥੇ ਚੜਾਇਆ ਗਿਆ ਤਾਂ ਸਭ ਤੋਂ ਪਹਿਲਾਂ ਨਾਅਰਾ ਲਾਇਆ ਗਿਆ ਭਾਰਤ ਮਾਤਾ ਕੀ ਜੈ ਤੇ ਉਹਨਾਂ ਨੇ ਬੜਾ ਵੱਡਾ ਨਾਅਰਾ ਲਾਇਆ, ਉੱਚਾ ਨਾਅਰਾ ਲਾਇਆ ਭਾਰਤ ਮਾਤਾ ਦੀ ਜੈ ਤੇ ਫਿਰ ਕਿਸੇ ਨੇ ਕਹਿ ਦਿੱਤਾ ਕਿ ਕਹੋ ਨਰਿੰਦਰ ਮੋਦੀ ਜਿੰਦਾਬਾਦ ਤੇ ਉਦੋਂ ਬੱਚੇ ਚੁੱਪ ਕਰ ਗਏ, ਉਹਨਾਂ ਨੇ ਕੋਈ ਹੁੰਗਾਰਾ ਨਹੀਂ ਭਰਿਆ। ਇਹ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਅੱਛਾ, ਇਸੇ ਗੱਲ ਤੇ ਮੈਡੀਕਲ ਸਟੂਡੈਂਟਸ ਹੁਣ ਜਾਂਦੇ ਨੇ, ਇੰਜੀਨੀਅਰਿੰਗ ਕਰਨ ਜਾਂਦੇ ਨੇ, ਇਹਨਾਂ ਦੀ ਇੱਕ ਖਬਰ ਆਈ ਹੈ ਕਿ ਜਿਹੜੇ ਫੋਰਨ ਡਿਗਰੀ ਵਾਲੇ ਆ ਉਹ ਇੰਡੀਆ ਦੇ ਵਿੱਚ ਜਦੋਂ ਆ ਕੇ ਐਗਜ਼ਾਮ ਲਿਖਦੇ ਨੇ ਇਹਨਾਂ 'ਚੋਂ ਸਿਰਫ 24% ਬੱਚੇ ਪਾਸ ਹੁੰਦੇ ਨੇ ਤੇ ਸਭ ਤੋਂ ਘੱਟ ਗਿਣਤੀ ਹੈਗੀ ਹੈ ਕਾਜ਼ਖਸਤਾਨ ਤੇ ਚਾਈਨਾ ਦੀ 13% ਹੈ। ਦੇਖੋ ਇਹ ਕੋਈ ਅੰਕੜਾ ਜਿਹੜਾ ਹੈਗਾ ਨਾ ਪੂਰਨ ਰੂਪ ਦੇ ਵਿੱਚ ਅੰਕੜਾ ਨਹੀਂ, ਹਾਂ ਇੰਨਾ ਜ਼ਰੂਰ ਹੈ ਜਿਹੜੇ ਪ੍ਰਹਲਾਦ ਜੋਸ਼ੀ ਹੈ ਉਹਨਾਂ ਨੇ ਇਹ ਕੋਈ ਇਸ ਤਰ੍ਹਾਂ ਦੀ ਟਿੱਪਣੀ ਵੀ ਕੀਤੀ ਹੈ ਜਿਹਦੇ ਖਿਲਾਫ ਕਾਫੀ ਆਵਾਜ਼ ਵੀ ਉੱਠੀ ਹੈ ਵੀ ਤੁਸੀਂ ਇਹ ਕੀ ਬਿਆਨ ਦੇ ਦਿੱਤਾ ਜੀ। ਉਹਨਾਂ ਨੇ ਆਖਿਆ ਵੀ ਜਿਹੜੇ ਬੱਚਿਆਂ ਨੂੰ ਇੱਥੇ ਦਾਖਲਾ ਨਹੀਂ ਮਿਲਦਾ ਉਹ ਬੱਚੇ ਉੱਥੇ ਚਲੇ ਜਾਂਦੇ ਆ, ਰੋਮਾਨੀਆ ਚਲੇ ਜਾਂਦੇ ਆ ਜੀ। ਪ੍ਰਹਲਾਦ ਜੋਸ਼ੀ ਨੇ ਬੜਾ ਵਿਵਾਦਿਤ ਬਿਆਨ ਦਿੱਤਾ ਹੈ, ਕੇਂਦਰੀ ਮੰਤਰੀ ਆ ਜਿਹੜੇ, ਉਹਨਾਂ ਨੇ ਇਹ ਕਿਹਾ ਕਿ ਇਸ ਬਿਆਨ ਦੇ ਉੱਤੋਂ 90% ਜਿਹੜੇ ਭਾਰਤੀ ਆ ਉਹ ਦਾਖਲਾ ਪਾਸ ਕਰਨ ਦੇ ਵਿੱਚ ਅਸਫਲ ਰਹਿੰਦੇ ਜਿਵੇਂ ਤੁਸੀਂ ਦੱਸ ਰਹੇ ਹੋ ਜੀ। ਲੇਕਿਨ ਮੇਰੀ ਗੱਲ ਹੋਈ ਹੈ ਜਿਹੜੇ ਆਪਣੇ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਆ ਦੇ ਪ੍ਰਧਾਨ ਨੇ ਜਿਹੜੇ ਮਾਲਵਾ ਬੈਲਟ ਦੇ ਜੀ, ਉਹਨਾਂ ਨੇ ਕਿਹਾ ਕਿ ਇਹ ਦੇਸ਼ ਦੀ ਤਰਸਯੋਗ ਹਾਲਤ ਇਹ ਹੈਗੀ ਹੈ ਕਿ 15 ਲੱਖ ਵਿਦਿਆਰਥੀ ਨੀਟ ਦੀ ਪ੍ਰੀਖਿਆ ਦਿੰਦੇ ਆ ਜੀ ਔਰ ਜਿਹਦੇ ਚੋਂ 8 ਲੱਖ ਲਗਭਗ 90,000 ਸੀਟਾਂ ਲਈ ਯੋਗਤਾ ਪੂਰੀ ਕਰਦੇ ਆ ਜੀ। ਲੇਕਿਨ ਇੱਕ ਜਿੱਥੇ ਸੀਟਾਂ ਦਾ ਬਹੁਤ ਹਿੱਸਾ ਰਾਖਵਾਂ ਹੁੰਦਾ ਹੈ ਉਹਨਾਂ ਲਈ ਜਿਹੜੇ ਬਾਕੀ ਬੱਚਿਆਂ ਲਈ ਜਿਹੜੇ ਮੌਕੇ ਆ ਉਹ ਸੀਮਤ ਰਹਿ ਜਾਂਦੇ ਆ। ਜਿਹੜੇ ਪ੍ਰਾਈਵੇਟ ਮੈਡੀਕਲ ਕਾਲਜ ਆ ਜਿੱਦਾਂ ਆਪਾਂ ਕੱਲ ਜ਼ਿਕਰ ਕੀਤਾ ਸੀਗਾ ਉਹ ਮਹਿੰਗੀਆਂ ਸੀਟਾਂ 'ਚ ਅਸੀਂ ਦਾਖਲਾ ਨਹੀਂ ਲੈ ਸਕਦੇ ਜਿਹੜਾ ਆਮ ਬੱਚਾ ਹੁੰਦਾ, ਆਮ ਘਰੇਲੂ ਬੱਚਾ ਜੀ। ਔਰ 10ਵੀਂ ਤੋਂ ਬਾਅਦ ਜਦੋਂ ਨੀਟ ਦੀ ਤਿਆਰੀ ਕਰਦਾ ਹੈ ਬਹੁਤ ਮਿਹਨਤ ਕਰਦਾ ਹੈ ਲੇਕਿਨ ਸੀਟਾਂ ਦੀ ਗਿਣਤੀ ਜਿਹੜੀ ਬਹੁਤ ਸੀਮਤ ਹੈਗੀ ਹੈ ਜੀ। ਪ੍ਰਾਈਵੇਟ ਕਾਲਜ ਦੇ ਵਿੱਚ MBBS ਦੀ ਜਿਹੜੀ ਕੀਮਤ ਹੈ ਉਹ 75 ਲੱਖ ਤੋਂ 1 ਕਰੋੜ ਰੁਪਏ ਤੱਕ ਹੈ ਔਰ ਭਾਰਤ ਦੇ ਵਿੱਚ ਹੋਰ ਮੈਡੀਕਲ ਕਾਲਜ ਜਿਹੜੇ ਖੋਲਣ ਦੀ ਲੋੜ ਹੈ ਜੀ। ਜੇ ਅਸੀਂ ਇਕੱਲੇ ਖਾਰਕੀਵ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ 20 ਮੈਡੀਕਲ ਯੂਨੀਵਰਸਿਟੀਆਂ ਨੇ ਜੀ। ਯੂਕਰੇਨ ਦੇ ਰਾਸ਼ਟਰਪਤੀ ਦਾ ਜੇ ਬਿਆਨ ਪੜ੍ਹ ਲਈਏ ਤਾਂ ਜੀ। ਤੇ ਭਾਰਤ ਦੇ ਵਿੱਚ ਕੋਈ ਅਜਿਹਾ ਸ਼ਹਿਰ ਨਹੀਂ ਜਿਸ ਸ਼ਹਿਰ ਦੇ ਵਿੱਚ ਇੰਨੀਆਂ ਮੈਡੀਕਲ ਯੂਨੀਵਰਸਿਟੀਆਂ ਹੋਣ ਜੀ। ਤੇ ਦੂਜੀ ਗੱਲ ਇਹ ਹੈ ਮੇਰੀ ਗੱਲ ਹੋਈ ਹੈ ਡਾਕਟਰ ਧਰਮਵੀਰ ਗਾਂਧੀ ਨਾਲ, ਉਹ ਕਹਿੰਦੇ ਵੀ 10 ਮੈਂਬਰ ਪਾਰਲੀਮੈਂਟਾਂ ਨੂੰ ਮੈਂ ਜਾਣਦਾ ਜਿਨ੍ਹਾਂ ਦੇ ਆਪਣੇ ਮੈਡੀਕਲ ਕਾਲਜ ਨੇ ਜੀ। ਔਰ ਜਦੋਂ ਮੈਡੀਕਲ ਕਾਲਜਾਂ ਦਾ ਤੇ ਡਾਕਟਰੀ ਸਿੱਖਿਆ ਦਾ ਜਿਹੜਾ ਗੱਠਜੋੜ ਹੈ ਸਿਆਸਤਦਾਨਾਂ ਦਾ ਤੇ ਫਿਰ ਅਸੀਂ ਕਿਵੇਂ ਸੋਚ ਸਕਦੇ ਹਾਂ ਵੀ ਸਾਨੂੰ ਇਹ ਐਜੂਕੇਸ਼ਨ ਜਿਹੜੀ ਸਸਤੀ ਮਿਲ ਸਕੇਗੀ ਜੀ। ਬਲਵੰਤ ਸਿੰਘ ਰਾਮੂਵਾਲੀਆ ਦਾ ਵੀ ਤੁਹਾਨੂੰ ਯਾਦ ਹੋਣਾ ਬਿਹਾਰ ਦੇ ਵਿੱਚ ਆਪਣਾ ਮੈਡੀਕਲ ਕਾਲਜ ਹੈ ਜੀ ਔਰ ਉਹਨਾਂ ਦੀ ਐਡਮਿਸ਼ਨ ਕਿਵੇਂ ਮਿਲਦੀ ਹੈ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਉਹ ਐਡਮਿਸ਼ਨ ਉਹ ਸਾਰਿਆਂ ਨੂੰ ਜਗ ਜ਼ਾਹਰ ਕਰ ਲਓ। ਹੁਣ ਤਾਂ ਚਿੰਤਾ ਇਸ ਗੱਲ ਦੀ ਹੋਈ ਖੜੀ ਹੈ ਕਿ ਜਿਹੜੇ ਬੱਚੇ ਉੱਥੋਂ ਵਾਪਸ ਆਉਣਗੇ ਜੀ ਉਹਨਾਂ ਦੀ ਪੜ੍ਹਾਈ ਜਿਹੜੀ ਵਿੱਚ ਨਾ ਛੁੱਟ ਜਾਵੇ, ਪੜ੍ਹਾਈ ਦੇ ਲਈ ਉਹਨਾਂ ਨੂੰ ਰੈਗੂਲਰ ਉਹਨਾਂ ਦੀ ਪੜ੍ਹਾਈ ਰਵੇ, ਉਹਨਾਂ ਨੂੰ ਉਸ ਤਰ੍ਹਾਂ ਦਾ ਐਟਮੋਸਫੇਅਰ ਦਿੱਤਾ ਜਾ ਸਕੇ ਜਾਂ ਉਹਨਾਂ ਦੀ ਜਿਹੜੀ ਡਿਗਰੀ ਹੈ ਉਹਨੂੰ ਪੂਰੀ ਕੀਤੀ ਜਾ ਸਕੇ ਔਰ ਡਿਗਰੀ ਦੇ ਨਾਲ ਨਾਲ ਉਹ ਅੱਗੇ ਉਹ ਡਾਕਟਰ ਬਣ ਸਕਣ। ਹੁਣ ਚਿੰਤਾ ਉਸ ਗੱਲ ਦੀ ਹੋਈ ਖੜੀ ਹੈ। ਉਹਦੇ ਸੰਬੰਧੀ ਹੁਣ ਭਾਰਤ ਸਰਕਾਰ ਨੇ ਇੱਕ ਪਹਿਲ ਕਦਮੀ ਕੀਤੀ ਹੈ ਜੇ ਉਹ ਸਿਰੇ ਲੱਗਦੀ ਹੈ ਤਾਂ, ਕਿਉਂਕਿ ਉਹਦੇ ਲਈ ਸਾਨੂੰ ਇੱਕ ਤਾਂ ਕਾਨੂੰਨ ਜਿਹੜਾ ਹੈਗਾ ਚੇਂਜ ਕਰਨਾ ਪੈਣਾ ਜੀ। ਇੰਡੀਆ ਗਵਰਨਮੈਂਟ ਸੋਚ ਰਹੀ ਹੈ ਇਹਦੇ ਬਾਰੇ ਕਿ ਜੇ ਬੱਚੇ ਜਿਹੜੇ ਇੱਥੇ ਆਉਣਗੇ ਉਹਨਾਂ ਨੂੰ ਉਹਨਾਂ ਦੇ ਕਾਲਜਾਂ ਦੇ ਵਿੱਚ ਜਾਂ ਕਿਸੇ ਹੋਰ ਕਾਲਜਾਂ ਦੇ ਵਿੱਚ ਕਿਸੇ ਤਰ੍ਹਾਂ ਨਾਲ ਐਡਜਸਟ ਕਰਕੇ ਉਹਨਾਂ ਨੂੰ ਪੜ੍ਹਾਇਆ ਜਾਵੇ। ਉਹਨਾਂ ਨੂੰ ਜਿਹੜਾ ਚੈਲੰਜ ਹੈਗਾ ਉਹਨਾਂ ਨੂੰ ਪਿੱਛੇ ਕੋਵਿਡ ਕਰਕੇ ਵੀ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਬੱਚਿਆਂ ਦੀਆਂ ਐਡਮਿਸ਼ਨਾਂ ਜਿਹੜੀਆਂ ਹੋਈਆਂ ਸਨ ਤੇ ਉਹਨਾਂ ਨੂੰ ਆਨਲਾਈਨ ਕਲਾਸਾਂ
ਲਾਉਣੀਆਂ ਪਈਆਂ ਸੀ। ਜੀ ਹੁਣ ਉਹ ਬੱਚਿਆਂ ਨੂੰ ਉਸ ਤਰ੍ਹਾਂ ਦਾ ਐਟਮੋਸਫੇਅਰ ਦੇਣ ਦੇ ਲਈ, ਉਸ ਤਰ੍ਹਾਂ ਦਾ ਵਾਤਾਵਰਨ ਦੇਣ ਦੇ ਲਈ, ਉਹਨਾਂ ਦੀ ਡਿਗਰੀ ਪੂਰੀ ਕਰਨ ਦੇ ਲਈ ਔਰ ਉਹਨਾਂ ਦੀ ਪੜ੍ਹਾਈ ਜਿਹੜੀ ਰੈਗੂਲਰ ਰੱਖੀ ਜਾ ਸਕੇ, ਔਰ ਉਹਨਾਂ ਦੇ ਲਈ ਇਹ ਇੱਕ ਨਵਾਂ ਲਾ ਜਿਹੜਾ ਹੈ ਉਹ ਬਣਾਉਣਾ ਪਏਗਾ। ਔਰ ਉਹਦੇ ਨਾਲ ਹੀ ਤੁਸੀਂ ਇਹ ਦੇਖ ਲਓ ਵੀ 17,000 ਭਾਰਤੀ ਨੇ ਡਾਕਟਰ ਜਿਹੜੇ ਬਣ ਉੱਥੋਂ ਗਏ ਸਨ, ਔਰ ਉਹਨਾਂ ਨੂੰ ਕਿੱਥੇ ਐਡਜਸਟ ਕਰਨਾ ਪਏਗਾ, ਇਹ ਵੀ ਇੱਕ ਚੈਲੰਜ ਹੈਗਾ ਵੱਡਾ। ਉਹਦੇ ਚੋਂ ਵੀ ਸਰਕਾਰ ਨੂੰ ਇੱਕ ਪਾਰ ਲੰਘਣਾ, ਅੱਗ ਦਾ ਦਰਿਆ ਹੈ, ਸਰਕਾਰ ਨੂੰ ਪਾਰ ਕਰਨਾ ਹੀ ਪੈਣਾ, ਨਹੀਂ ਤਾਂ ਉਹ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਖਤਰੇ ਜਾਏਗਾ, ਤੇ ਜਿਹੜੇ ਉਹਨਾਂ ਨੇ ਪੈਸੇ ਖਰਚ ਕੀਤੇ ਜਾਂ ਜਿਹੜੀ ਪੜ੍ਹਾਈ ਕੀਤੀ ਹੈ ਉਹਦੇ 'ਚ ਵੀ ਉਹਨਾਂ ਦਾ ਅੜਿੱਕਾ ਲੱਗੇਗਾ। ਵੈਸੇ ਤਾਂ ਸਰਕਾਰੀ ਜਿਹੜੇ ਮੈਡੀਕਲ ਕਾਲਜ ਆ ਉਹਨਾਂ ਦੀ ਵੀ ਫੀਸ ਕਾਫੀ ਆ, 7,80,000, ਪਰ ਕੀ ਕੋਈ ਇਹੋ ਜਿਹਾ ਲਾਭ ਬਣੂਗਾ ਕਿ ਪ੍ਰਾਈਵੇਟ ਸਕੂਲਾਂ ਦੀਆਂ, ਪ੍ਰਾਈਵੇਟ ਮੈਡੀਕਲ ਕਾਲਜਸ ਦੀਆਂ ਫੀਸ ਨੂੰ ਕੈਪ ਕੀਤਾ ਜਾ ਸਕੇ? ਨਹੀਂ, ਇਹ ਪੋਸੀਬਲ ਨਹੀਂ ਇੰਡੀਆ ਦੇ ਵਿੱਚ, ਕਿਉਂਕਿ ਜੀ ਹਰ ਬੰਦਾ ਇੱਕ ਸਿਰਫ ਇਸੇ ਕਰਕੇ ਤਾਂ ਖੇਤੀ ਬਿੱਲਾਂ ਦਾ ਰੌਲਾ ਪੈਂਦਾ ਸੀ ਜੀ। ਇੱਕੋ ਇੱਕ ਫਾਰਮਰ ਕਿਸਾਨ ਹੈ ਜਿਹੜਾ ਆਪਣੀ ਉਪਜ ਉਗਾਉਂਦਾ ਖੁਦ ਹੈ, ਖਰਚਾ ਉਹਦੇ ਤੇ ਖੁਦ ਕਰਦਾ, ਉਹਨੂੰ ਮਿਹਨਤ ਮਜ਼ਦੂਰੀ ਕਰਦਾ ਹੈ, ਉਹਨੂੰ ਠੰਡ ਪਾਲੇ ਤੋਂ, ਸੋਕੇ ਤੋਂ, ਹੜ੍ਹਾਂ ਤੋਂ ਵੀ ਬਚਾਉਂਦਾ ਹੈ, ਲੇਕਿਨ ਉਹਦਾ ਮੁੱਲ ਹੈ ਜਿਹੜਾ ਉਹ ਮਾਰਕੀਟ ਦੇ ਵਿੱਚ ਗਾਹਕ ਲਾਉਂਦਾ ਹੈ ਜਾਂ ਵਪਾਰੀ ਲਾਉਂਦਾ ਹੈ। ਇੱਕੋ ਇੱਕ ਬਿਜ਼ਨਸ ਹੈ ਫਾਰਮਰ ਦਾ ਜੀ। ਬਾਕੀ ਜਿੰਨੇ ਵੀ ਬਿਜ਼ਨਸ ਤੁਸੀਂ ਦੇਖ ਲਓ ਉਹਦਾ ਆਪਣਾ ਰੇਟ ਹੈ। ਜੇ ਤੁਸੀਂ ਕਈ ਵਾਰੀ ਸ਼ਾਪਿੰਗ ਇੰਡੀਆ 'ਚ ਕਰਦੇ ਹੋ ਤਾਂ ਤੁਸੀਂ ਕਈ ਵਾਰੀ ਸੋਚਦੇ ਹੋਵੋਗੇ ਵੀ ਜੇ ਤੁਸੀਂ ਮੁਕਤਸਰੋਂ ਚੀਜ਼ ਲਈ ਤਾਂ ਸ਼ਾਇਦ ਤੁਹਾਨੂੰ ਸਸਤੀ ਮਿਲੀ, ਜੇ ਤੁਸੀਂ ਦਿੱਲੀੋਂ ਲਈ ਤਾਂ ਥੋੜੀ ਜਿਹੀ ਮਹਿੰਗੀ ਮਿਲੀ, ਜੇ ਚੰਡੀਗੜ੍ਹੋਂ ਮਿਲੀ ਤਾਂ ਉਦੋਂ ਥੋੜੀ ਜਿਹੀ ਮਹਿੰਗੀ ਮਿਲੀ। ਹੁਣ ਸਭ ਤੋਂ ਵੱਡੀ ਸਮੱਸਿਆ ਹੀ ਇਹ ਹੈਗੀ ਹੈ ਐਜੂਕੇਸ਼ਨ ਲੈਵਲ। ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜੇ ਰਾਜਨੀਤਿਕ ਲੋਕ ਨੇ, ਜੇ ਉਹਨਾਂ ਦੇ ਗੱਠਜੋੜ ਦੇ ਨਾਲ ਇਹ ਸਾਰਾ ਐਜੂਕੇਸ਼ਨ ਸਿਸਟਮ ਦੇ ਉੱਤੇ ਇੱਕ ਗਲਬਾ ਵੱਜ ਗਿਆ। ਹੁਣ ਬਹੁਤ ਸਾਰੇ ਮੈਂ ਦੇਖਦਾ ਹੁੰਦਾ ਪੰਜਾਬ ਦੇ ਵਿੱਚ ਅੱਗੇ 3 ਯੂਨੀਵਰਸਿਟੀਆਂ ਸੀ, ਜਦੋਂ ਤੁਸੀਂ ਇੱਥੋਂ ਗਏ ਹੋਵੋਗੇ, ਪੰਜਾਬ ਯੂਨੀਵਰਸਿਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਜੀ। ਤੇ ਹੁਣ ਤਾਂ ਮੈਨੂੰ ਲੱਗਦਾ ਯੂਨੀਵਰਸਿਟੀਆਂ ਦੀ ਗਿਣਤੀ ਨਹੀਂ ਹੋਏਗੀ। ਔਰ ਸਭ ਤੋਂ ਪਹਿਲਾਂ ਜਦੋਂ ਲਵਲੀ ਯੂਨੀਵਰਸਿਟੀ ਨੂੰ ਪਾਸ ਕੀਤਾ ਗਿਆ ਸੀਗਾ ਤੇ ਵੀਰ ਰਵਿੰਦਰ ਸਿੰਘ ਜਿਹੜੇ ਉਦੋਂ ਡਿਪਟੀ ਸਪੀਕਰ ਸੀਗੇ, ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਸੀ ਵੀ ਤੁਸੀਂ ਇੱਕ ਹਲਵਾਈ ਨੂੰ ਡਿਗਰੀ ਬਣਾਉਣ ਵਾਲਾ ਕਿਵੇਂ ਦੇ ਸਕਦੇ ਹੋ, ਜਿਨ੍ਹਾਂ ਦੀ ਲੱਡੂਆਂ ਦੀ ਦੁਕਾਨ ਹੈ ਜਲੰਧਰ ਦੇ ਵਿੱਚ, ਉਹਨੂੰ ਤੁਸੀਂ ਕਿਵੇਂ ਕਰ ਸਕਦੇ ਹੋ। ਤਾਂ ਉਦੋਂ ਟਿੱਪਣੀ ਕੀਤੀ ਸੀ ਬੀਬੀ ਰਜਿੰਦਰ ਕੌਰ ਭੱਠਲ ਨੇ। ਉਹਨਾਂ ਨੇ ਕਿਹਾ ਸੀਗਾ ਵੀ ਮੈਨੂੰ ਲੱਗਦਾ ਵੀਰ ਦਵਿੰਦਰ ਸਿੰਘ ਦੇ ਘਰ ਬਰਫੀ ਦਾ ਡੱਬਾ ਨਹੀਂ ਪਹੁੰਚਿਆ, ਤੇ ਜੇ ਇਹਨਾਂ ਦੇ ਘਰ ਬਰਫੀ ਦਾ ਡੱਬਾ ਪਹੁੰਚ ਜਾਂਦਾ ਤੇ ਸ਼ਾਇਦ ਇਹ ਵੀ ਨਾ ਬੋਲਦੇ ਜੀ। ਇਹ ਔਨ ਰਿਕਾਰਡ ਗੱਲ ਹੈ ਜਿਹੜੀ ਮੈਂ ਤੁਹਾਨੂੰ ਕਰ ਰਿਹਾ ਜੀ। ਸ਼ਾਇਦ ਵਿਧਾਨ ਸਭਾ ਦੇ ਵਿੱਚ ਗੱਲ ਹੋਈ ਸੀ ਇਹ, ਤਾਂ ਉਦੋਂ ਉਹਨਾਂ ਨੇ ਇਤਰਾਜ਼ ਕੀਤਾ ਸੀਗਾ। ਲੇਕਿਨ ਹੁਣ ਤਾਂ ਉਹ ਕਹਿੰਦੇ ਆ ਕਿ ਆਪ ਦੀ ਦੁਕਾਨ ਹੈ ਤੇ ਆਪ ਹੀ ਡਿਗਰੀ ਵੇਚਣੀ ਹੈ। ਪੀਟੀਯੂ ਦਾ ਕੀ ਹਾਲ ਹੋਇਆ? ਜਿਹੜੇ ਬੱਚੇ ਪੀਟੀਯੂ ਤੋਂ ਪੜ੍ਹੇ ਸੀਗੇ, ਹਰਿਆਣੇ ਵਾਲਿਆਂ ਨੇ ਕਹਿ ਦਿੱਤਾ ਕਿ ਅਸੀਂ ਪੀਟੀਯੂ ਨੂੰ ਯੂਨੀਵਰਸਿਟੀ ਨਹੀਂ ਮੰਨਦੇ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜੀ ਜੀ। ਹੁਣ ਫਿਰੋਜ਼ਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਕਾਲਜ ਸੀ, ਉਹਨੂੰ ਯੂਨੀਵਰਸਿਟੀ ਬਣਾ ਦਿੱਤਾ ਗਿਆ। ਬਠਿੰਡੇ ਦੇ ਵਿੱਚ ਗਿਆਨੀ ਜੈਲ ਸਿੰਘ ਕਾਲਜ ਸੀ, ਉਹਨੂੰ ਯੂਨੀਵਰਸਿਟੀ ਬਣਾ ਦਿੱਤਾ ਗਿਆ। ਔਰ ਸੇਂਟ ਸੋਲਜਰ ਨੂੰ ਜਿਹੜਾ ਹੈਗਾ ਜਲੰਧਰ ਸੀਗਾ, ਉਹਨਾਂ ਨੂੰ ਯੂਨੀਵਰਸਿਟੀ ਬਣਾ ਦਿੱਤਾ ਗਿਆ। ਲਵਲੀ ਤੋਂ ਬਾਅਦ ਕਿੰਨੀਆਂ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਪੰਜਾਬ ਦੇ ਵਿੱਚ। ਪ੍ਰਾਈਵੇਟ ਯੂਨੀਵਰਸਿਟੀ ਬਣਾਉਣ ਦਾ ਜਿਹੜਾ ਬਿੱਲ ਪਾਸ ਕਰ ਦਿੱਤਾ ਵਿਧਾਨ ਸਭਾ ਨੇ, ਔਰ ਉਹਦੇ 'ਚ ਰਾਜਨੀਤਿਕ ਲੋਕਾਂ ਨੇ ਹਿੱਸੇ ਪਾਲੇ। ਹੁਣ ਜਿਹੜੇ ਬੰਦੇ ਰਾਜ ਕਰਦੇ ਆ ਪੰਜਾਬ ਦੇ ਉੱਤੇ, ਚਾਹੇ ਉਹ ਅਕਾਲੀ ਹੈ, ਚਾਹੇ ਉਹ ਕਾਂਗਰਸੀ ਹੈ, ਹੁਣ ਆਮ ਆਦਮੀ ਪਾਰਟੀ ਵਾਲੀ ਸਰਕਾਰ ਬਣਦੀ ਹੈ ਤੇ ਇਹਨਾਂ ਨੇ ਵੀ ਹਿੱਸੇ ਪਾ ਲੈਣੇ ਆ। ਹੁਣ ਕਰਦੇ ਕੀ ਹੈ, ਮੰਨ ਲਓ ਤੁਸੀਂ MLA ਹੋ, ਮੈਂ ਕੱਲ ਖੋਲ੍ਹਣਾ ਜੀ, ਮੈਂ ਤੁਹਾਨੂੰ ਕਹਿ ਦਿੱਤਾ ਵੀ ਤੁਸੀਂ ਜੀ ਮੇਰੇ ਨਾਲ ਗੱਲ ਕਰੋ, ਤੁਸੀਂ ਸਾਰੀ ਪਰਮਿਸ਼ਨ ਤੁਸੀਂ ਦਿਵਾਉਣੀ ਹੈ, ਕੋਈ ਅੜਚਨ ਨਹੀਂ ਆਉਣੀ ਚਾਹੀਦੀ, NOC ਤੁਸੀਂ ਦਿਵਾਉਣਾ ਤੇ ਕੋਈ ਪੈਸਾ ਨਹੀਂ ਪਾਉਣਾ, ਤੇ ਤੁਹਾਨੂੰ ਅਸੀਂ ਚੜ੍ਹੇ ਮਹੀਨੇ 5 ਲੱਖ ਰੁਪਈਆ, 10 ਲੱਖ ਰੁਪਈਆ, 20 ਲੱਖ ਰੁਪਈਆ ਤੁਹਾਡੇ ਖਾਤੇ 'ਚ ਪਾ ਦਿਆ ਕਰਾਂਗੇ। 1 ਨੰਬਰ ਦੇ ਪੈਸੇ ਹੈ ਤੇ ਤੁਸੀਂ ਕੀ ਕਰਨਾ ਹੈ? ਤੁਸੀਂ ਕੁਛ ਨਹੀਂ ਕਰਨਾ, ਤੁਸੀਂ MLA ਬਣੇ ਹੋ, ਮੰਨ ਲਓ ਤੁਸੀਂ 4-5 ਕਰੋੜ ਰੁਪਈਆ ਲਾ ਕੇ MLA ਬਣੇ ਹੋ, ਤੇ ਜੇ ਮੇਰੇ ਵਰਗਾ ਤੁਹਾਨੂੰ ਕੋਈ ਲੱਭ ਗਿਆ ਤੇ ਸਾਲ ਦਾ ਤੁਹਾਡੇ ਕੋਲੇ ਕਰੋੜ ਰੁਪਈਆ ਆ ਗਿਆ ਤੇ 5 ਸਾਲਾਂ ਦਾ 5 ਕਰੋੜ ਰੁਪਈਆ ਆ ਗਿਆ, ਤੁਸੀਂ ਕੀ ਲੈਣਾ? ਨਾ ਤੁਹਾਨੂੰ ਕੋਈ ਹਿੰਗ ਲੱਗਿਆ, ਨਾ ਫੜਕੜੀ, ਨਾ ਕੋਈ ਇਨਵੈਸਟਮੈਂਟ ਕੀਤੀ, ਨਾ ਤੁਸੀਂ ਕੋਈ ਟੈਨਸ਼ਨ ਲਈ, ਨਾ ਤੁਹਾਡਾ ਕੋਈ ਬੈਂਕ ਬੈਲੈਂਸ। ਤੁਹਾਨੂੰ 1 ਨੰਬਰ 'ਚ ਪੈਸੇ ਜਿਹੜੇ ਮੈਂ ਦੇਈ ਜਾਣੇ ਆ ਤੇ ਮੈਂ ਕਹਿ ਦੇਣਾ ਵੀ ਠੀਕ ਹੈ ਜੀ। ਹੁਣ ਹਾਲਾਤ ਜਿੰਨਾ ਚਿਰ ਇਹ ਕਨੈਕਸ਼ਨ ਨਹੀਂ ਟੁੱਟੂਗਾ, ਇਹ ਟੁੱਟਣਾ ਹੀ ਨਹੀਂ ਸਾਰੀ ਉਮਰ। ਮੈਂ ਅੱਗੇ ਕਹਿੰਦਾ ਹੁੰਦਾ ਵੀ ਜੇ ਅਸੀਂ 100 ਸਾਲ ਦਾ ਵੀ ਭਵਿੱਖ ਸੋਚ ਕੇ ਚੱਲੀਏ ਵੀ ਅਸੀਂ 100 ਸਾਲ, ਹੁਣ ਜਿਹੜੇ ਬੰਦੇ ਅੱਜ ਕੋਈ ਬਿਜ਼ਨਸ ਕਰਦੇ ਆ ਉਹ ਘਾਟੇ ਵਾਲਾ ਬਿਜ਼ਨਸ ਨਹੀਂ ਕਰਦੇ, ਉਹ ਮੁਨਾਫੇ ਵਾਲਾ ਕਰਦੇ ਆ। ਜਦੋਂ ਸਰਕਾਰ ਬਦਲਦੀ ਉਹ ਨਾਲ ਦੀ ਨਾਲ ਹੀ ਉਹ ਬਦਲ ਜਾਂਦੇ, ਅਫਸਰ ਬਦਲ ਜਾਂਦੇ ਆ ਜੀ। ਔਰ ਉਸ ਤੋਂ ਬਾਅਦ ਅਫਸਰਾਂ ਦੀ ਇਨਵੋਲਵਮੈਂਟ ਵੀ ਹੁੰਦੀ ਹੈ, ਅਫਸਰ ਵੀ ਵਿੱਚ ਇਹਦੇ ਰਲੇ ਹੁੰਦੇ ਆ, ਉਹਨਾਂ ਨੇ ਵੀ ਆਪਣਾ ਦੇਖਣਾ ਵੀ ਸਾਡਾ ਖਰਚਾ ਪਾਣੀ ਕਿੱਥੇ ਚੱਲਣਾ ਹੈ।
ਸੋ ਹਾਲਾਤ ਜਿੰਨਾ ਚਿਰ ਇਹ ਚੇਂਜ ਨਹੀਂ ਹੁੰਦੇ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ। ਗੱਲਾਂ ਹੋ ਸਕਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਓ। ਹਾਲਾਤ ਇਹ ਬਣਾ ਦਿੱਤੇ ਕਿ ਰਾਜਨੀਤਿਕ ਲੋਕਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਸਾਡੇ ਤੋਂ ਬਿਨਾਂ ਇਹ ਸਿਸਟਮ ਨਹੀਂ ਚੱਲ ਸਕਦਾ, ਤੇ ਜਿਹੜੇ ਬੰਦੇ ਬਿਜ਼ਨਸਮੈਨ ਹੈ ਉਹ ਚਾਹੁੰਦੇ ਆ ਕਿ ਰਾਜਨੀਤਿਕ ਲੋਕ ਹੈ ਜਿਹੜੇ ਉਹ ਸਾਡੇ ਨਾਲ ਇਨਵੋਲਵ ਰਹਿਣ ਤੇ ਅਸੀਂ ਆਪਦਾ ਦਾਲ ਫੁਲਕਾ ਦਾਲਾਂ ਪਾਣੀ ਬਣਾਈ ਜਾਈਏ। ਉਹ ਚੱਲੀ ਜਾਂਦਾ ਜੀ। ਇਸੇ ਕਰਕੇ ਤਾਂ ਇੰਡੀਆ 'ਚ ਕੋਈ ਲੋਕ ਜਿਹੜੇ ਰਹਿਣ ਨੂੰ ਤਿਆਰ ਨਹੀਂ। ਅੱਜ ਜੇ ਬੰਦਾ ਕੋਈ 1 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਦਾ ਤਾਂ ਉਹ ਇਹ ਸੋਚਦਾ ਕਿ ਮੈਨੂੰ ਘੱਟੋ ਘੱਟ 20-25 ਲੱਖ ਰੁਪਇਆ ਮਹੀਨੇ ਦਾ ਘੱਟੋ ਘੱਟ ਵਿਆਜ ਆਵੇ ਜਾਂ ਕੋਈ ਹੋਰ ਖਰਚੇ ਆਉਣ, ਨਿਕਲਣ ਮੇਰੇ ਖਰਚੇ, ਤਾਂ ਫਿਰ ਇਹ ਸਿਸਟਮ ਸੁਧਰ ਸਕਦਾ ਹੈ। ਪਰ ਹਰ ਬੰਦਾ ਬਿਜ਼ਨਸਮੈਨ ਹੈ, ਹਰ ਬੰਦਾ ਚਾਹੁੰਦਾ ਕਿ ਮੈਨੂੰ ਮੇਰੀ ਜੇਬ 'ਚ ਕੁਛ ਨਾ ਕੁਛ ਪਵੇ, ਮੈਂ ਇਸ ਤੋਂ ਬਾਅਦ ਗੱਲ ਹੀ ਨਾ ਕਰਾਂ ਕਿਸੇ ਹੋਰ ਜੀ। ਬੇਟਾ ਜੀ, ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਕਹਿੰਦੇ ਕਿ ਕਾਂਗਰਸ ਸਰਕਾਰ ਦੀਆਂ ਜਿੱਥੇ-ਜਿੱਥੇ ਕਾਂਗਰਸ ਪਾਰਟੀ ਦੀ ਜਿਹਨਾਂ ਸੂਬਿਆਂ 'ਚ ਸਰਕਾਰ ਹੈ ਉਹ 10 ਤਰੀਕ ਤੋਂ ਮਾਰਚ ਤੋਂ ਪਹਿਲਾਂ ਉੱਥੇ ਲਿਜਾਣਾ ਚਾਹੁੰਦੇ ਆ। ਕੀ ਇਹਨਾਂ ਨੂੰ ਖਰੀਦੋ ਫਰੋਸ਼ ਦਾ ਡਰ ਹੈ ਕਿ MLA ਵਿਕ ਨਾ ਜਾਣ ਸਾਡੇ? ਜਿੱਥੇ ਮਰਜ਼ੀ ਲੈ ਜਾਣ ਜੀ, ਭਲਾ ਇਹਨਾਂ ਨੂੰ ਪਾਕਿਸਤਾਨ ਲੈ ਜਾਣ, ਜਿਹਨੇ ਵਿਕਣਾ ਹੈ ਉਹਨੇ ਵਿਕ ਹੀ ਜਾਣਾ ਜੀ। ਅੱਜ ਕੱਲ ਹਰ ਨੇਤਾ ਕੋਲੇ 2-2 ਟੈਲੀਫੋਨ ਨੇ ਜੀ, ਔਰ ਇੱਕ ਪਰਸਨਲ ਫੋਨ ਜਿਹੜਾ ਹੈਗਾ ਉਹ ਸਾਰਿਆਂ ਬੰਦਿਆਂ ਕੋਲੇ ਨਹੀਂ ਹੁੰਦਾ, ਉਹ ਉਹਨਾਂ ਲੋਕਾਂ ਕੋਲੇ ਹੁੰਦਾ ਜਿਹਦੇ ਨਾਲ ਉਹ ਗਾਇਬ ਵਗਾਏ ਦਿਨੇ ਰਾਤੀ ਗੱਲਾਂ ਕਰਦੇ ਆ ਜੀ। ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀਗੇ ਕਿ ਰਾਜਨੀਤਿਕ ਲੋਕ ਇੱਕ ਦੂਜੇ ਦੇ ਬੜੇ ਵਿਰੋਧੀ ਨੇ, ਪਰ ਹੌਲੀ ਹੌਲੀ ਇਹ ਭੇਤ ਉਦੋਂ ਖੁੱਲਿਆ ਜਦੋਂ ਇਹਨਾਂ ਦੇ ਨੇੜੇ ਹੋ ਕੇ ਦੇਖਿਆ ਜੀ। ਅਕਸਰ ਹੁੰਦਾ ਵੀ ਸਾਰੀਆਂ ਟ੍ਰੇਨਾਂ ਦੀਆਂ ਜਿਹੜੀਆਂ ਲਾਈਨਾਂ ਉਹ ਦਿੱਲੀ ਜਾ ਕੇ ਇਕੱਠੀਆਂ ਹੋ ਜਾਂਦੀਆਂ ਜੀ, ਚਾਹੇ ਉਹ ਬਰੇਟਿਓ ਚੱਲੇ ਤੇ ਚਾਹੇ ਉਹ ਮਾਨਸਾ ਤੋਂ ਚੱਲੇ ਤੇ ਚਾਹੇ ਉਹ ਹੁਸ਼ਿਆਰਪੁਰ ਤੋਂ ਚੱਲੇ ਤੇ ਚਾਹੇ ਉਹ ਪਠਾਨਕੋਟ ਤੋਂ ਚੱਲੇ, ਤੇ ਚੰਡੀਗੜ੍ਹ ਜਾ ਕੇ ਸਾਰੇ ਨੇਤਾ ਇਕੱਠੇ ਹੋ ਜਾਂਦੇ ਆ ਜੀ, ਜਾਂ ਦਿੱਲੀ ਜਾ ਕੇ ਸਾਰੇ ਇਕੱਠੇ ਹੋ ਜਾਂਦੇ, ਇਹ ਕਹਿ ਲਓ ਤੁਸੀਂ ਜੀ। ਉੱਥੇ ਅਸੀਂ ਤਾਂ ਇਹਨਾਂ ਨੂੰ ਦੇਖਦੇ ਨਹੀਂ ਹੁੰਦੇ। ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਹੁਣ ਦੇਖਦੇ ਹੁੰਦੇ ਕਈ ਵਾਰੀ ਵੀ ਅਸੀਂ ਲੜ ਮਰੀ ਜਾਂਦੇ ਹੁੰਦੇ ਆ ਤੇ ਦੂਜਾ ਪਾਸਾ ਕਹਿੰਦਾ ਹੁੰਦਾ ਵੀ ਫਲਾਨਾ ਬੰਦਾ ਨਹੀਂ ਆਇਆ, ਉਹ ਕਹਿੰਦਾ ਨਹੀਂ ਅਕਾਲੀਆਂ ਦਾ ਆ ਗਿਆ, ਕਾਂਗਰਸ ਦਾ ਨਹੀਂ ਆਇਆ ਜੀ। ਸੋ ਵੱਡੇ ਸ਼ਾਦੀਆਂ ਜਦੋਂ ਹੁੰਦੀਆਂ ਰਾਜਨੀਤਿਕ ਲੋਕਾਂ ਦੀਆਂ ਉਦੋਂ ਸਾਰੇ ਇਕੱਠੇ ਹੁੰਦੇ ਆ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ, ਚਾਹੇ ਉਹ ਜਗਮੀਤ ਸਿੰਘ ਬਰਾੜ ਹੋਣ, ਚਾਹੇ ਦੂਜੇ ਹੋਣ ਬੀਬੀ ਰਜਿੰਦਰ ਕੌਰ ਪੱਠਲ ਹੋਵੇ, ਚਾਹੇ BJP ਦੇ ਆਗੂ ਹੋਣ। ਹੁਣ ਦਿੱਲੀ ਦੇ ਵਿੱਚ ਵਿਆਹ ਹੋਇਆ ਹੁਣ ਇੱਕ ਦਿੱਲੀ ਦੇ ਇੱਕ ਵੱਡੇ ਸਿੱਖ ਲੀਡਰ ਦਾ, ਉੱਥੇ ਸਾਰੇ ਬੰਦੇ ਸੀਗੇ, ਉੱਥੇ ਕਾਂਗਰਸੀ ਵੀ ਸੀ, ਅਕਾਲੀ ਵੀ ਸੀ, BJP ਵਾਲੇ ਵੀ ਸੀ, ਅਫਸਰ ਵੀ ਸੀ, ਪ੍ਰਸ਼ਾਸਕੀ ਅਧਿਕਾਰੀ ਵੀ ਸੀ ਜੀ। ਸੋ ਇੱਕ ਤਾਂ ਇਹ ਹੈਗਾ। ਜਿਹੜਾ ਇਹ ਦੂਜੀ ਗੱਲ ਇਹ ਹੈਗੀ ਹੈ ਕਿ ਕਾਂਗਰਸ ਇਹ ਜ਼ੋਰ ਲਾ ਰਹੀ ਹੈ, ਇਸ ਤਰ੍ਹਾਂ ਦੀ ਉਹ ਹਵਾ ਵੀ ਦੱਸ ਰਹੀ ਹੈ ਕਿ ਸਾਡੇ ਬੰਦੇ ਜੇ ਜ਼ਿਆਦਾ ਨਾ ਜਿੱਤੇ ਤਾਂ ਉਹਨਾਂ ਨੂੰ ਸੰਭਾਲਣਾ ਔਖਾ ਹੋ ਜਾਏਗਾ, ਕਿਉਂਕਿ ਵਿਕਣ ਦੀ ਗੱਲ ਜਿਹੜੀ ਆਏਗੀ। ਆ ਤੁਸੀਂ ਆਪੇ ਹੀ ਦੇਖ ਲਓ, ਸੁਖਪਾਲ ਸਿੰਘ ਖਹਿਰਾ, ਜਗਦੇਵ ਸਿੰਘ ਕਮਾਲੂ ਤੇ ਬਿਰਮਲ ਸਿੰਘ, ਇਹਨਾਂ ਨੇ ਕਾਂਗਰਸ ਕਿਵੇਂ ਜੁਆਇਨ ਕੀਤਾ ਸੀ ਜੀ। ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਰਿਹਾ ਸੀ ਹੈਲੀਕਾਪਟਰ ਤੇ ਜਹਾਜ਼ ਚੜ੍ਹਨ, ਉਹ ਕਹਿੰਦਾ ਜੀ ਹੈਲੀਪੈਡ ਤੇ ਆ ਜਾਓ, ਉੱਥੇ ਆਪਾਂ ਜੁਆਇਨ ਕਰ ਲੈਂਦੇ ਹਾਂ। ਉੱਥੇ ਸਰੋਪੇ ਵਾਏ ਸੀ ਇਹਨਾਂ ਦੇ ਗਲਾਂ ਜਾ ਕੇ ਜੀ। ਸੋ ਤਾਂ ਆਪ ਤਿਆਰ ਬੈਠੇ ਆ ਜੀ। ਗੱਲ ਤਾਂ ਇਹ ਹੈ ਕਿ ਸੱਤਾ 'ਚ ਹਰ ਕੋਈ ਰਹਿਣਾ ਚਾਹੁੰਦਾ ਹੈ। ਹੁਣ ਤੁਸੀਂ ਆਪੇ ਹੀ ਦੇਖ ਲਓ ਵੀ ਆਮ ਆਦਮੀ ਪਾਰਟੀ ਦੇ 20 ਵਿਧਾਇਕ ਸੀ ਤੇ 10 ਵਿੱਚੋਂ ਉਹ ਜਿਹੜਾ ਜੱਗਾ ਹੈਗਾ ਹਿੱਸੋਵਾਲ ਵਾਲਾ, ਆਪਣੇ ਰਾਏਕੋਟ ਵਾਲਾ, ਉਹ ਚੱਲਦੀ ਵਿਧਾਨ ਸਭਾ 'ਚ ਕਹਿੰਦਾ ਸੀ ਮੇਰੇ ਸਰੋਪਾ ਪਾਓ ਜੀ, ਮੈਂ ਕਾਂਗਰਸ ਜੁਆਇਨ ਕਰਦਾ ਜੀ। ਸੋ ਹੋਟਲਾਂ 'ਚ ਲਿਜਾਣ ਦੀ ਲੋੜ ਹੀ ਨਹੀਂ ਪੈਣੀ ਜੀ, ਇਹਨਾਂ ਨੇ ਆਪਦੀ ਆਪ ਹੀ ਤੁਰ ਜਾਣਾ ਜਿੱਧਰ ਨੂੰ ਇਹਨਾਂ ਨੂੰ ਹਵਾ ਦੇ ਸੀ ਜੀ। ਇੱਕ ਮੁਕਤਸਰ ਜ਼ਿਲ੍ਹੇ ਦੇ ਕਾਂਗਰਸੀ ਕਹਿੰਦੇ ਕਿ ਸਾਡੀ ਬਾਤ ਹੀ ਨਹੀਂ ਕਿਸੇ ਨੇ ਪੁੱਛੀ, ਟਿਕਟਾਂ ਦੇ ਗਏ, ਉਦੋਂ ਬਾਅਦ ਕੋਈ ਲੀਡਰ ਆਇਆ ਹੀ ਨਹੀਂ ਉੱਥੇ ਚੋਣਾਂ ਦੌਰਾਨ। ਇਹ ਤਾਂ ਹੁੰਦਾ ਹੀ ਹੈ ਜੀ। ਇਹ ਤਾਂ ਹੁਣ ਕਈਆਂ ਥਾਵਾਂ ਤੇ ਮੈਂ ਤੁਹਾਨੂੰ ਦੱਸ ਦੇਣਾ, ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ, ਫਿਰੋਜ਼ਪੁਰ ਜ਼ਿਲ੍ਹੇ 'ਚ ਉਹ ਟਿਕਟਾਂ ਦੇ ਪੈਸੇ ਵੋਟਾਂ ਦੇ ਪੈਸੇ ਵੰਡੇ ਗਏ ਜੀ। ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਵੋਟਾਂ ਤਾਂ ਸਾਨੂੰ ਪਾਈਆਂ ਨਹੀਂ, ਤੇ ਉਹ ਅਖੀਰ ਤੇ ਉਹ ਉਹਨਾਂ ਦੇ ਬੰਦੇ ਘਰੇ ਭੇਜੇ ਉਹਨਾਂ ਨੇ ਤੇ ਪੈਸੇ ਮੜਵਾ ਕੇ ਵਾਪਸ ਲੈ ਗਏ, ਨਾਲੇ ਉਹਨਾਂ ਦੀ ਬੇਇੱਜ਼ਤੀ ਕਰਕੇ ਗਏ ਜੀ। ਹੁਣ ਹਾਲਾਤ ਇੱਥੋਂ ਤੱਕ ਪੈਦਾ ਹੋ ਗਏ। ਹੁਣ ਲੋਕ ਕਹਿੰਦੇ ਆ ਕਿ ਤੁਸੀਂ ਇਲੈਕਸ਼ਨ ਤੱਕ ਤਾਂ ਸਾਨੂੰ ਜੀ ਕਰਦੇ ਸੀਗੇ ਤੇ ਹੁਣ ਸਾਡੇ ਤੁਸੀਂ ਗਲ 'ਚ ਅੰਗੂਠਾ ਦਿੰਦੇ ਹੋ। ਨਹੀਂ, ਜਿਹੜੇ ਬੰਦੇ ਪੈਸੇ ਲੈ ਰਹੇ ਉਹਨਾਂ ਦਾ ਕਿੱਦਾਂ ਪਤਾ ਲੱਗਦਾ ਕਿ ਇਹਨਾਂ ਨੇ ਵੋਟ ਨਹੀਂ ਪਾਈ ਸਾਨੂੰ? ਦੇਖੋ, ਐਨਾਲਿਸਿਸ ਹੁੰਦੇ ਆ ਜੀ ਹਰ ਬੰਦੇ ਦੇ। ਹਰ ਬੰਦਾ ਸੋਚਦਾ ਹੈ ਕਿ ਮੈਨੂੰ ਜਿਹੜੀਆਂ ਵੋਟਾਂ ਪਈਆਂ ਜਾਂ ਮੈਨੂੰ ਜਿੰਨਾ ਮੈਂ ਬਜਟ ਲਾਇਆ ਸੀਗਾ ਉਹਨੇ ਬਜਟ ਦੇ ਹਿਸਾਬ ਨਾਲ ਮੈਨੂੰ ਵੋਟਾਂ ਨਹੀਂ ਪੈ ਰਹੀਆਂ ਜੀ। ਔਰ ਜਿਹੜੇ ਜੂਏ ਵਾਲੇ, ਸੱਟੇ ਵਾਲੇ, ਜਿਹੜੇ ਸ਼ਰਤਾਂ ਲਾਉਂਦੇ ਆ, ਉਹ ਵੀ ਅੰਦਾਜ਼ੇ ਲਾ ਕੇ ਦੱਸ ਦਿੰਦੇ ਆ ਵੀ ਤੁਹਾਡਾ ਕੰਮ ਠੀਕ ਨਹੀਂਗਾ, ਤੁਸੀਂ ਆਪਦਾ ਪ੍ਰਬੰਧ ਕਰ ਲਓ ਜੀ। ਤਾਂ ਉਦੋਂ ਪਤਾ ਲੱਗਦਾ ਹੈ ਕਿ ਜਿਹੜੀਆਂ ਵੋਟਾਂ ਦੇ ਪੈਸੇ ਅਸੀਂ ਦਿੱਤੇ ਸੀਗੇ ਜਾਂ ਜਿਹੜਾ ਖਰਚਾ ਕੀਤਾ ਸੀਗਾ
ਹੁਣ ਸਰਦਾਰ ਹਰਚਰਨ ਸਿੰਘ ਬਰਾੜ ਨੂੰ ਜਦੋਂ ਇਹ ਜਿਉਂਦੇ ਸੀ ਗੁਰਵਿੰਦਰ ਕੌਰ ਬਰਾੜ ਰਾਣੋ ਜਿਹਨਾਂ ਨੂੰ ਮੈਂਬਰ ਪਾਰਲੀਮੈਂਟ ਕਹਿੰਦੇ ਸੀ ਜਦੋਂ ਅਖੀਰ ਤੇ ਉਹ ਕਹਿੰਦੇ ਜੀ ਹਿਸਾਬ ਦਿਓ, ਉਹ ਇੱਕ ਬੰਦਾ ਕਹਿੰਦਾ ਜੀ ਮੇਰੇ ਤੋਂ ਤਾਂ ਪੈਸੇ ਵੱਧ ਲੱਗ ਗਏ। ਉਹ ਕਹਿੰਦੇ ਫਿਰ ਸਾਨੂੰ ਦੱਸੋ ਵੋਟਾਂ ਕਿਹੜੀਆਂ ਕਿਹੜੀਆਂ ਖਰੀਦੀਆਂ, ਉਹਨਾਂ ਦੀ ਲਿਸਟ ਦਿਓ ਸਾਨੂੰ ਜੀ। ਉਹ ਕਹਿੰਦੇ ਜੀ ਸਾਨੂੰ ਤਾਂ ਅਸੀਂ ਤਾਂ ਤੁਸੀਂ ਕਿਹਾ ਸੀ ਪੈਸੇ ਵੰਡ ਦਿਓ, ਤੇ ਅਸੀਂ ਜੇ ਪੈਸੇ ਵੰਡਦੇ ਹੁਣ ਵੋਟਾਂ ਪਈਆਂ ਨਾ ਪਈਆਂ ਤੁਸੀਂ ਦੇਖੋ। ਸੋ ਹਾਲਾਤ ਇਸ ਤਰ੍ਹਾਂ ਵੀ ਹੋ ਜਾਂਦੇ ਆ। ਹੁਣ ਕਈ ਬੰਦੇ ਇੱਕ ਬੰਦੇ ਨੂੰ ਪੈਸੇ ਮੋੜ ਰਿਹਾ ਕੋਈ ਲੀਡਰ, ਉਹ ਕਹਿੰਦਾ ਵੀ ਤੂੰ ਵੋਟਾਂ ਨਹੀਂ ਖਰੀਦੀਆਂ ਜੀ। ਉਹ ਕਹਿੰਦਾ ਜੀ ਤੁਸੀਂ ਮੈਨੂੰ ਕਿਹਾ ਸੀ ਵੀ ਪੈਸੇ ਜੇ ਬਚਦੇ ਹੁਣ ਤਾਂ ਬਚਾ ਲਈਏ। ਉਹ ਜਦੋਂ ਹਾਰ ਗਏ ਉਹ ਕਹਿੰਦੇ ਵੀ ਉਹਨੂੰ ਲਿਆਓ ਸੱਦ ਕੇ, ਉਹਨੂੰ ਲਿਆਂਦਾ। ਉਹ ਕਹਿੰਦਾ ਤੂੰ ਬੇਵਕੂਫੀ ਕਿਉਂ ਕੀਤੀ, ਤੈਨੂੰ ਪੈਸੇ ਦਿੱਤੇ ਸੀ, ਤੂੰ ਪੈਸੇ ਮੋੜ ਕੇ ਸਾਨੂੰ ਕਿਉਂ ਦਿੱਤੇ, ਹੁਣ ਅਸੀਂ ਹਾਰ ਗਏ। ਸੋ ਦੋਨੇ ਗੱਲਾਂ ਹੋ ਸਕਦੀਆਂ ਜੀ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ASI ਨੂੰ ਫੜਿਆ ਜਿਨ੍ਹਾਂ ਨੇ ਝੂਠੇ ਮੁਕੱਦਮੇ ਪਾਏ ਸੀ ਨੌਜਵਾਨਾਂ ਤੇ ਕਿ ਇਹਨਾਂ ਦੇ ਡਰੱਗ ਕੇਸ ਪਾਏ ਜਾਣ। ਇਹੋ ਜਿਹੀਆਂ ਗੱਲਾਂ ਵੈਸੇ ਨਾਰਮਲ ਹੁੰਦੀਆਂ ਆ, ਪਰ ਇਹ ਸਪੈਸ਼ਲ ਗੱਲ ਕੀ ਸੀ? ਦੇਖੋ ਸਪੈਸ਼ਲ ਗੱਲ ਸੀ ਕਿ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਅਫਸਰ ਹੈ ਉਹ ਜਿਹੜੇ ਜ਼ਿਲ੍ਹੇ 'ਚ ਲੱਗਿਆ ਹੋਵੇ ਉਹ ਉਸ ਜ਼ਿਲ੍ਹੇ 'ਚ ਉਹਦੀ ਪੋਸਟਿੰਗ ਨਹੀਂ ਹੋਣ ਦਿੰਦੇ, ਉਹਦਾ ਜ਼ਿਲ੍ਹਾ ਚੇਂਜ ਕਰ ਦਿੰਦੇ ਆ। ਤੁਸੀਂ ਆਪਣੇ ਹੋਮ ਡਿਸਟ੍ਰਿਕਟ 'ਚ ਨਹੀਂ ਲੱਗ ਸਕਦੇ ਜੀ। ਔਰ ਦੂਜੀ ਗੱਲ ਇਹ ਹੈ ਕਿ ਜਦੋਂ ਅਬਜ਼ਰਵਰ ਬੈਠੇ ਹੋਣ, ਇਲੈਕਸ਼ਨ ਅਬਜ਼ਰਵਰ ਬੈਠੇ ਹੋਣ, ਉਦੋਂ ਚੋਣ ਕਮਿਸ਼ਨ ਦਾ ਜ਼ਾਬਤਾ ਹੋਵੇ, ਡੰਡਾ ਹੋਵੇ, ਤਾਂ ਉਦੋਂ ਇਸ ਤਰ੍ਹਾਂ ਦੀ ਕੁਤਾਹੀ ਨਹੀਂ ਹੋ ਸਕਦੀ ਜੀ। ਪਰ ਜੇ ਉਸ ਦੇ ਬਾਵਜੂਦ ਵੀ ਇਸ ਤਰ੍ਹਾਂ ਦੇ ਬੰਦੇ ਜਿਹੜੇ ਆਪਾਂ ਕਹਿ ਸਕਦੇ ਆ ਕਿ ਜਿਹੜੇ ਬਲੈਕ ਸ਼ੀਪਸ ਹੈ, ਕਾਲੀਆਂ ਭੇਡਾਂ ਜਿਹੜੀਆਂ, ਉਹ ਜੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਤਾਂ ਚਰਚਾ ਚਲਾਉਣਾ ਸੁਭਾਵਿਕ ਤੌਰ ਤੇ ਹੈ। ਹੁਣ ਪਿੱਛੇ ਤੁਸੀਂ ਦੇਖੋ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਆਏ ਤਾਂ ਉਦੋਂ ਫਿਰੋਜ਼ਪੁਰ ਵਾਲੇ SSP ਦੀ ਡਿਊਟੀ ਜਿਹੜੀ ਹੈਗੀ ਹੈ ਉਹ ਲੱਗੀ ਹੋਈ ਸੀ ਮੁਕਤਸਰ ਤੋਂ ਫਿਰੋਜ਼ਪੁਰ ਵਾਲੀ ਸੜਕ ਤੇ ਲੰਘਣਾ ਸੀ ਉਹਨਾਂ ਨੂੰ ਬਠਿੰਡਾ ਤੋਂ ਫਰੀਦਕੋਟ, ਤੇ ਫਰੀਦਕੋਟ ਤੋਂ ਉਹਨਾਂ ਨੇ ਆਉਣਾ ਸੀ ਫਿਰੋਜ਼ਪੁਰ ਤੇ ਸਸਪੈਂਡ ਕਰ ਦਿੱਤਾ ਉਹਨਾਂ ਨੇ ਫਿਰੋਜ਼ਪੁਰ ਵਾਲਾ SSP, ਮੋਗੇ ਵਾਲਾ SSP। ਤੇ ਬਾਅਦ ਚ ਜਦੋਂ ਇਨਕੁਆਇਰੀ ਹੋਈ ਉਹ ਕਹਿੰਦੇ ਵੀ ਇੱਥੇ ਤਾਂ ਡਿਊਟੀ ਨਹੀਂ ਸੀ ਅਫਸਰ ਦੀ। ਅਫਸਰ ਕਹਿੰਦਾ ਮੇਰੀ ਡਿਊਟੀ ਜਿਹੜੇ ਥਾਂ ਤੇ ਸੀ ਮੈਂ ਉੱਥੇ ਖੜਾ ਸੀਗਾ, ਉਸ ਗੱਲ ਤੇ ਜੇ ਕੋਈ ਕੁਤਾਹੀ ਹੋਈ ਹੈ ਤੇ ਮੈਨੂੰ ਸਜ਼ਾ ਦੇ ਦਿਓ ਜੀ। ਫਿਰ ਉਹ ਇਨਕੁਆਇਰੀ ਬੈਠੀ, ਫਿਰ ਉਹਨੂੰ ਕੱਢਿਆ, ਫਿਰ ਉਹਨੂੰ ਬਹਾਲ ਕੀਤਾ ਜੀ। ਸੋ ਇਹ ਨੇ ਹਾਲਾਤ ਜੀ। ਬੇਟਾ ਜੀ ਸ਼ੁਕਰੀਆ ਤੁਹਾਡਾ ਜੀ, ਮਿਹਰਬਾਨੀ, ਧੰਨਵਾਦ।